ਹਬਕੂਕ ਨਬੀ ਦੀ ਕਿਤਾਬ। ਹਬਕੂਕ ਇਸਰਾਇਲ ਦੇ ਦੱਖਣੀ ਸਾਮਰਾਜ ਦੇ ਆਖਰੀ ਦਹਾਕਿਆਂ ਦੇ ਦੌਰਾਨ ਰਹਿੰਦਾ ਸੀ ਅਤੇ ਇਹ ਘਿਨਾਉ ਅਤੇ ਮੂਰਤੀ ਪੂਜਾ ਦਾ ਸਮੇਂ ਸੀ। ਉਸਨੇ ਬਾਬਲ ਦੇ ਵਾਧੇ ਹੋਏ ਖਤਰੇ ਨੂੰ ਦੇਖਿਆ, ਜੋ ਕਿਸੇ ਲਈ ਵੀ ਚੰਗੀ ਖਬਰ ਨਹੀਂ ਸੀ। ਪਰ ਹੋਰਨਾਂ ਨਬੀਆਂ ਦੇ ਉਲਟ ਹਬਕੂਕ ਇਸਰਾਇਲ ਤੇ ਦੋਸ਼ ਨਹੀਂ ਲਗਾਉਂਦਾ। ਉਹ ਪਰਮੇਸ਼ਵਰ ਦੀ ਵੱਲੋਂ ਵੀ ਲੋਕਾਂ ਨਾਲ ਗੱਲ ਨਹੀਂ ਕਰਦਾ। ਇਸ ਦੀ ਬਜਾਏ ਉਸਦੇ ਸ਼ਬਦ ਵਿਅਕਤੀਗਤ ਰੂਪ ਨਾਲ ਪਰਮੇਸ਼ਵਰ ਨੂੰ ਸੰਬੋਧਿਤ ਕਰਦੇ ਹਨ ਅਤੇ ਕਿਤਾਬ ਹਬਕੂਕ ਦੇ ਵਿਅਕਤੀਗਤ ਸੰਘਰਸ਼ ਬਾਰੇ ਦੱਸਦੀ ਹੈ। ਉਸਦੇ ਇਹ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਿ ਸੰਸਾਰ ਵਿੱਚ ਅੰਨੀ ਬੁਰਾਈ ਅਤੇ ਤਬਾਹੀ ਫੈਲੀ ਹੈ, ਉਸ ਸਮੇਂ ਵੀ ਪਰਮੇਸ਼ਵਰ ਭਲਾ ਹੋ ਸਕਦਾ ਹੈ ਅਤੇ ਇਸ ਲਈ ਹਬਕੂਕ ਦੇ ਸ਼ਬਦ ਅਸਲ ਵਿੱਚ ਵਿਰਲਾਪ ਦੀਆਂ ਕਵਿਤਾਵਾਂ ਹਨ ਅਤੇ ਉਹ ਉਹਨਾਂ ਵਿਰਲਾਪਾਂ ਦੇ ਸਮਾਨ ਹਨ ਜੋ ਤੁਹਾਨੂੰ ਜ਼ਬੂਰਾਂ ਦੀ ਕਿਤਾਬ ਵਿੱਚ ਮਿਲਦੇ ਹਨ। ਕਵੀ ਇੱਕ ਸ਼ਿਕਾਇਤ ਕਰਦਾ ਹੈ ਅਤੇ ਸੰਸਾਰ ਵਿੱਚ ਚੱਲ ਰਹੇ ਦੁੱਖਾਂ ਅਤੇ ਬੇਇਨਸਾਫੀ ਵੱਲ ਪਰਮੇਸ਼ਵਰ ਦਾ ਧਿਆਨ ਖਿੱਚਦਾ ਹੈ ਅਤੇ ਮੰਗ ਕਰਦਾ ਹੈ ਕਿ ਪਰਮੇਸ਼ਵਰ ਕੁਝ ਕਰੇ। ਅਤੇ ਵਿਰਲਾਪ ਦੇ ਇਸ ਪ੍ਰਕਾਰ ਨੂੰ ਜਾਣਨਾ ਅਸਲ ਵਿੱਚ ਇਸ ਛੋਟੀ ਕਿਤਾਬ ਦੀ ਰਚਨਾ ਅਤੇ ਇਸ ਸੰਦੇਸ਼ ਨੂੰ ਸਮਝਣ ਦੀ ਕੁੰਜੀ ਹੈ। ਅਧਿਆਇ 1 ਅਤੇ 2 ਨੂੰ ਹਬਕੂਕ ਅਤੇ ਪਰਮੇਸ਼ਵਰ ਵਿਚਕਾਰ ਤਰਕ ਵਿਚਾਰਾਂ ਦੇ ਢਾਂਚੇ ਵਜੋਂ ਪੇਸ਼ ਕੀਤਾ ਗਿਆ ਹੈ। ਨਬੀ 2 ਸ਼ਿਕਾਇਤਾਂ ਕਰਦਾ ਹੈ, ਜਿਸ ਦੇ ਲਈ ਪਰਮੇਸ਼ਵਰ ਦੇ 2 ਜਵਾਬ ਹਨ। ਉਸ ਦੀ ਪਹਿਲੀ ਸ਼ਿਕਾਇਤ ਹੈ ਕਿ ਇਸਰਾਇਲ ਦਾ ਜੀਵਨ ਬਹੁਤ ਬੁਰਾ ਹੋ ਗਿਆ ਹੈ। ਤੁਰੇਤ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਹਿੰਸਾ ਅਤੇ ਘਿਨਾਉ ਹੁੰਦਾ ਹੈ ਅਤੇ ਇਸਰਾਇਲ ਦੇ ਭ੍ਰਿਸ਼ਟ ਆਗੂ ਇਹ ਸਭ ਦੇਖ ਕੇ ਕੁਝ ਵੀ ਨਹੀਂ ਕਰਦੇ। ਹਬਕੂਕ ਪਰਮੇਸ਼ਵਰ ਨੂੰ ਕੁਝ ਕਰਨ ਦੀ ਦੁਹਾਈ ਦਿੰਦਾ ਹੈ, ਪਰ ਕੁਝ ਵੀ ਬਦਲਦਾ ਪ੍ਰਤੀਤ ਨਹੀਂ ਹੁੰਦਾ। ਪਰ ਫਿਰ ਅਚਾਨਕ ਪਰਮੇਸ਼ਵਰ ਜਵਾਬ ਦਿੰਦਾ ਹੈ। ਉਹ ਕਹਿੰਦਾ ਹੈ ਕਿ ਉਹ ਆਪਣੇ ਲੋਕਾਂ ਇਸਰਾਇਲ ਦੇ ਭ੍ਰਿਸ਼ਟਾਚਾਰ ਤੋਂ ਜਾਣੂ ਹੈ ਅਤੇ ਉਹ ਇਸਰਾਇਲ ਨੂੰ ਸਜ਼ਾ ਦੇਣ ਲਈ ਬਾਬਲ ਦੀਆਂ ਸੈਨਾਵਾਂ ਨੂੰ ਬੁਲਾ ਰਿਹਾ ਹੈ। ਅਤੇ ਮੀਕਾ ਅਤੇ ਯਸ਼ਾਇਆ ਦੇ ਸੰਦੇਸ਼ ਦੇ ਸਮਾਨ ਹੀ ਪਰਮੇਸ਼ਵਰ ਕਹਿੰਦਾ ਹੈ ਕਿ ਇਸਰਾਇਲ ਦੇ ਘਿਨਾਉ ਅਤੇ ਬੁਰਾਈ ਦੇ ਕਾਰਨ ਇਸ ਖਤਰਨਾਕ ਸਾਮਰਾਜ ਦਾ ਪ੍ਰਯੋਗ ਉਹਨਾਂ ਨੂੰ ਨਸ਼ਟ ਕਰਨ ਦੇ ਲਈ ਕਰੇਗਾ। ਪਰ ਹਬਕੂਕ ਨੂੰ ਇਸ ਜਵਾਬ ਨਾਲ ਸਮੱਸਿਆ ਹੈ ਅਤੇ ਇਸ ਲਈ ਉਹ ਦੂਸਰੀ ਸ਼ਿਕਾਇਤ ਕਰਦਾ ਹੈ। ਉਹ ਕਹਿੰਦਾ ਹੈ ਕਿ ਬਾਬਲ ਇਸਰਾਇਲ ਤੋਂ ਵੀ ਬੁਰਾ ਹੈ ਅਤੇ ਇਸ ਲਈ ਹਬਕੂਕ ਕਹਿੰਦਾ ਹੈ, ਇਸ ਤਰ੍ਹਾਂ ਤੂੰ ਜੋ ਪਵਿੱਤਰ ਅਤੇ ਭਲਾ ਪਰਮੇਸ਼ਵਰ ਹੈ, ਅਜਿਹੇ ਭ੍ਰਿਸ਼ਟ ਰਾਸ਼ਟਰਾਂ ਨੂੰ ਇਤਿਹਾਸ ਵਿੱਚ ਆਪਣੇ ਸਾਧਨ ਵਜੋਂ ਵਰਤ ਸਕਦਾ ਹੈ। ਉਹ ਸਪਸ਼ਟੀਕਰਨ ਚਾਹੁੰਦਾ ਹੈ। ਅਸਲ ਵਿੱਚ ਉਹ ਆਪਣੇ ਆਪ ਨੂੰ ਸ਼ਹਿਰ ਦੀਆਂ ਕੰਧਾਂ ਤੇ ਇੱਕ ਚੌਕੀਦਾਰ ਵਜੋਂ ਦੱਸਦਾ ਹੈ। ਪਰਮੇਸ਼ਵਰ ਦੇ ਜਵਾਬ ਦੀ ਉਡੀਕ ਕਰਦਾ ਹੈ, ਜੋ ਆਖਿਰਕਾਰ ਆਉਂਦਾ ਹੈ। ਪਰਮੇਸ਼ਵਰ ਨੇ ਹਬਕੂਕ ਨੂੰ ਕੁਝ ਫੱਟੀਆਂ ਅਤੇ ਤੇਸੀ ਲੈਣ ਲਈ ਕਿਹਾ ਅਤੇ ਜੋ ਕੁਝ ਉਹ ਦੇਖਦਾ ਅਤੇ ਸੁਣਦਾ ਹੈ ਉਸ ਨੂੰ ਲਿਖ ਲਵੇ। ਇਹ ਭਵਿੱਖ ਵਿੱਚ ਇੱਕ ਨਿਯੁਕਤ ਸਮੇਂ ਬਾਰੇ ਇੱਕ ਦਰਸ਼ਨ ਹੈ। ਭਾਵੇਂ ਇਹ ਹੌਲੀ-ਹੌਲੀ ਆਉਂਦਾ ਜਾਪਦਾ ਹੈ, ਪਰ ਇਹ ਆਖਿਰ ਵਿੱਚ ਆਵੇਗਾ। ਅਸਲ ਵਿੱਚ ਪਰਮੇਸ਼ਵਰ ਕਹਿੰਦਾ ਹੈ ਕਿ ਧਰਮੀ ਵਿਅਕਤੀ ਆਪਣੀ ਵਫਾਦਾਰੀ ਦੀ ਆਸ ਅਤੇ ਦਰਸ਼ਨ ਦੁਆਰਾ ਜਿਉਂਦਾ ਰਹੇਗਾ। ਤਾਂ ਇਹ ਈਸ਼ਵਰੀ ਵਾਅਦਾ ਕੀ ਹੈ ਜੋ ਹਬਕੂਕ ਨੇ ਲਿਖਣਾ ਹੈ? ਇਹ ਕਿ ਪਰਮੇਸ਼ਵਰ ਬਾਬਲ ਦਾ ਪਤਨ ਕਰੇਗਾ। ਪਰਮੇਸ਼ਵਰ ਕਹਿੰਦਾ ਹੈ ਕਿ ਦੇਸ਼ ਦੀ ਹਿੰਸਾ ਅਤੇ ਜ਼ੁਲਮ ਅਤੇ ਬਦਲੇ ਦਾ ਕਦੇ ਨਾ ਖਤਮ ਹੋਣ ਵਾਲਾ ਚੱਕਰ ਪੈਦਾ ਹੁੰਦਾ ਹੈ ਅਤੇ ਪਰਮੇਸ਼ਵਰ ਇਸ ਚੱਕਰ ਦੀ ਵਰਤੋਂ ਦੇਸ਼ ਦੇ ਉਭਾਰ ਅਤੇ ਪਤਨ ਲਈ ਕਰੇਗਾ। ਅਤੇ ਇਹ ਸੱਚ ਹੈ ਕਿ ਪਰਮੇਸ਼ਵਰ ਕੁਝ ਸਮੇਂ ਲਈ ਬਾਬਲ ਵਰਗੀ ਭ੍ਰਿਸ਼ਟ ਕੌਮ ਨੂੰ ਵਰਤ ਸਕਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਉਹਨਾਂ ਦੇ ਹਰ ਕੰਮ ਦਾ ਸਮਰਥਨ ਕਰਦਾ ਹੈ। ਉਹ ਸਾਰੀਆਂ ਕੌਮਾਂ ਨੂੰ ਆਪਣੇ ਨਿਆਂ ਲਈ ਜਵਾਬਦੇਹ ਬਣਾਉਂਦਾ ਹੈ ਅਤੇ ਬਾਬਲ ਦਾ ਪਤਨ ਵੀ ਕਿਸੇ ਰਾਸ਼ਟਰ ਦੇ ਹੱਥੋਂ ਹੋਵੇਗਾ ਜੋ ਉਸੇ ਦੀ ਤਰ੍ਹਾਂ ਹੀ ਚੱਲਦਾ ਹੋਵੇਗਾ। ਫਿਰ ਪਰਮੇਸ਼ਵਰ ਦੇ ਵਾਅਦੇ ਦਾ 5 ਹਾਏ ਕਹਿਣ ਦੀ ਸੂਚੀ ਨਾਲ ਵਰਣਨ ਕੀਤਾ ਗਿਆ ਹੈ, ਜੋ ਬਾਬਲ ਜਿਹੇ ਰਾਸ਼ਟਰਾਂ ਦੁਆਰਾ ਭਿੰਨ ਪ੍ਰਕਾਰ ਦੇ ਜ਼ੁਲਮ ਅਤੇ ਬੇਇਨਸਾਫੀ ਨੂੰ ਦੱਸਦੇ ਹਨ। ਪਹਿਲੇ 2 ਘਿਨਾਉ ਪੂਰਵਕ ਆਰਥਿਕ ਵਿਵਹਾਰ ਨੂੰ ਮੱਦੇਨਜ਼ਰ ਰੱਖਦੇ ਹਨ, ਜਿਵੇਂ ਅਮੀਰ ਕਿਸ ਪ੍ਰਕਾਰ ਗਰੀਬ ਲੋਕਾਂ ਨੂੰ ਕਰਜ਼ ਵਿੱਚ ਦੱਬੀ ਰੱਖਣ ਲਈ ਬੇਤੁਕਾ ਵਿਆਜ ਵਸੂਲ ਕਰਦੇ ਸਨ ਅਤੇ ਇਸੇ ਤਰ੍ਹਾਂ ਹੀ ਟੇਢੀਆਂ ਚਾਲਾਂ ਨਾਲ ਆਪਣੀ ਦੌਲਤ ਨੂੰ ਵਧਾਉਂਦੇ ਹਨ। ਤੀਜੀ ਹਾਏ ਦਾਸ ਮਜ਼ਦੂਰੀ ਦੀ ਆਲੋਚਨਾ ਹੈ, ਜੋ ਮਨੁੱਖਾਂ ਨਾਲ ਜਾਨਵਰਾਂ ਵਾਂਗ ਵਿਵਹਾਰ ਕਰਦੇ ਹਨ ਅਤੇ ਜੇਕਰ ਉਹ ਕੰਮ ਨਹੀਂ ਕਰਦੇ ਹਨ ਤਾਂ ਉਹਨਾਂ ਨੂੰ ਮਾਰ-ਮਾਰ ਕੇ ਧਮਕਾਉਂਦੇ ਹਨ। ਚੌਥੀ ਹਾਏ ਗੈਰ ਜ਼ਿੰਮੇਵਾਰ ਆਗੂਆਂ ਉੱਤੇ, ਜੋ ਸ਼ਰਾਬ ਦੀ ਦੁਰਵਰਤੋਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਜਦੋਂ ਕਿ ਲੋਕ ਉਹਨਾਂ ਦੀ ਭੈੜੀ ਅਗਵਾਈ ਹੇਠ ਦੁਖੀ ਹਨ, ਉਹ ਦਾਵਤ ਮਨਾਉਂਦੇ ਹਨ ਅਤੇ ਵਿਭਚਾਰ ਅਤੇ ਸ਼ਰਾਬ ਉੱਤੇ ਆਪਣਾ ਪੈਸਾ ਬਰਬਾਦ ਕਰਦੇ ਹਨ। ਅਤੇ ਆਖਰੀ ਹਾਏ ਮੂਰਤੀ ਪੂਜਾ ਦਾ ਖੁਲਾਸਾ ਕਰਦੀ ਹੈ। ਇਸ ਤਰ੍ਹਾਂ ਦਾ ਇੰਜਨ ਹੈ ਜੋ ਇਸ ਤਰ੍ਹਾਂ ਦੇ ਦੇਸ਼ਾਂ ਨੂੰ ਚਲਾਉਂਦਾ ਹੈ। ਉਹ ਆਪਣੇ ਦੇਵਤੇ ਵਿੱਚ ਧਨ ਅਤੇ ਸ਼ਕਤੀ ਅਤੇ ਰਾਸ਼ਟਰੀ ਸੁਰੱਖਿਆ ਪਾਉਂਦੇ ਹਨ ਅਤੇ ਇਹਨਾਂ ਚੀਜ਼ਾਂ ਲਈ ਹਰ ਕੀਮਤ ਤੇ ਵਫਾਦਾਰੀ ਦੀ ਪੇਸ਼ਕਸ਼ ਕਰਦੇ ਹਨ ਅਤੇ ਇਸ ਤਰ੍ਹਾਂ ਲੋਕ ਆਪਣੇ ਹੀ ਰਾਸ਼ਟਰੀ ਸਾਮਰਾਜ ਦੇ ਗੁਲਾਮ ਬਣ ਜਾਂਦੇ ਹਨ। ਹੁਣ ਇੱਥੇ ਵਰਣਿਤ ਪ੍ਰਥਾਵਾਂ ਬਾਬਲ ਦੇ ਲਈ ਨਿਰਾਲੀਆਂ ਨਹੀਂ ਸਨ, ਸਗੋਂ ਇਹ ਇਸ ਵਿਸ਼ੇ ਦੇ ਅੰਗ ਹਨ। ਮਨੁੱਖੀ ਹਾਲਾਤਾਂ ਨੂੰ ਦੇਖਦੇ ਹੋਏ ਆਖਿਰਕਾਰ ਜ਼ਿਆਦਾਤਰ ਰਾਸ਼ਟਰ ਬਾਬਲ ਬਣ ਜਾਂਦੇ ਹਨ ਅਤੇ ਇਸ ਪ੍ਰਕਾਰ ਇਸ ਕਿਤਾਬ ਵਿੱਚ ਹਬਕੂਕ ਦੇ ਲਈ ਪਰਮੇਸ਼ਵਰ ਦਾ ਉੱਤਰ ਸਭ ਪੀੜ੍ਹੀਆਂ ਦੇ ਲਈ ਪਰਮੇਸ਼ਵਰ ਦਾ ਉੱਤਰ ਬਣ ਜਾਂਦਾ ਹੈ, ਜੋ ਸੰਸਾਰ ਦੇ ਕਿਸੇ ਵੀ ਭਾਗ ਵਿੱਚ ਕਿਸੇ ਹੋਰ ਬਾਬਲ ਦੁਆਰਾ ਸ਼ਾਸਨ ਵਿੱਚ ਹੈ।
ਪਰ ਇਹ ਸਵਾਲ ਨੂੰ ਅਧੂਰਾ ਛੱਡ ਦਿੰਦਾ ਹੈ ਕਿ ਪਰਮੇਸ਼ਵਰ ਇਸ ਚੱਕਰ ਨੂੰ ਅਰਥਾਤ ਬਾਬਲ ਵਰਗੇ ਸਾਮਰਾਜ ਦੇ ਉਭਾਰ ਅਤੇ ਪਤਨ ਨੂੰ ਹਮੇਸ਼ਾ ਦੇ ਲਈ ਚੱਲਦੇ ਰਹਿਣ ਦੇਵੇਗਾ। ਅਤੇ ਇਹ ਸਵਾਲ ਇਹ ਹੈ ਕਿ ਅਧਿਆਇ 3 ਕਿਸ ਬਾਰੇ ਹੈ। ਸਾਨੂੰ ਦੱਸਿਆ ਗਿਆ ਹੈ ਕਿ ਇਹ ਹਬਕੂਕ ਦੀ ਪ੍ਰਾਰਥਨਾ ਹੈ ਅਤੇ ਇਹ ਹਬਕੂਕ ਦੁਆਰਾ ਪਰਮੇਸ਼ਵਰ ਨੂੰ ਬੇਨਤੀ ਦੁਆਰਾ ਆਰੰਭ ਹੁੰਦੀ ਹੈ ਕਿ ਹੁਣ ਵਰਤਮਾਨ ਸਮੇਂ ਵਿੱਚ ਕੰਮ ਕਰੇ ਜਿਵੇਂ ਉਸਨੇ ਭ੍ਰਿਸ਼ਟ ਦੇਸ਼ਾਂ ਦੇ ਲਈ ਕੰਮ ਕੀਤਾ। ਅਤੇ ਇਸ ਤੋਂ ਬਾਅਦ ਇੱਕ ਬਹੁਤ ਹੀ ਪ੍ਰਾਚੀਨ ਕਵਿਤਾ ਹੈ। ਪਹਿਲਾਂ ਇਹ ਪਰਮੇਸ਼ਵਰ ਦੀ ਸ਼ਕਤੀਸ਼ਾਲੀ ਭਿਆਨਕ ਹਜ਼ੂਰੀ ਦਾ ਵਰਣਨ ਕਰਦੀ ਹੈ। ਇਹ ਮੀਕਾ ਅਤੇ ਨਹੂਮ ਦੀ ਸ਼ੁਰੂਆਤੀ ਕਵਿਤਾ ਦੇ ਸਮਾਨ ਹੈ ਅਤੇ ਕੂਚ ਦੀ ਕਿਤਾਬ ਵਿੱਚ ਸਨਈ ਪਹਾੜ ਤੇ ਪਰਮੇਸ਼ਵਰ ਦੀ ਹਜ਼ੂਰੀ ਦੇ ਸਮਾਨ ਹੈ। ਇੱਥੇ ਬੱਦਲ, ਅੱਗ ਤੇ ਭੂਚਾਲ ਹੈ। ਜਦੋਂ ਸਿਰਜਣਹਾਰ ਮਨੁੱਖੀ ਬੁਰਾਈ ਦਾ ਸਾਹਮਣਾ ਕਰਨ ਲਈ ਪ੍ਰਗਟ ਹੋਵੇਗਾ ਤਾਂ ਹਰ ਕੋਈ ਉਸ ਵੱਲ ਧਿਆਨ ਦੇਵੇਗਾ। ਹਬਕੂਕ ਫਿਰ ਇਸ ਬੁਰਾਈ ਦੀ ਹਾਰ ਦਾ ਵਰਣਨ ਆਉਣ ਵਾਲੇ ਕੂਚ ਨਾਲ ਕਰਦਾ ਹੈ। ਤਾਂ ਜਿਸ ਤਰ੍ਹਾਂ ਪਰਮੇਸ਼ਵਰ ਯੋਧੇ ਦੇ ਰੂਪ ਵਿੱਚ ਆਇਆ ਅਤੇ ਉਸਨੇ ਫਿਰੌਨ ਦੇ ਖਿਲਾਫ ਆਪਣੀ ਲੜਾਈ ਵਿੱਚ ਸਮੁੰਦਰ ਨੂੰ 2 ਭਾਗ ਕੀਤਾ, ਹਬਕੂਕ ਕਹਿੰਦਾ ਹੈ ਕਿ ਪਰਮੇਸ਼ਵਰ ਇੱਕ ਵਾਰ ਫਿਰ ਦੁਸ਼ਟ ਦੇ ਘਰਾਣੇ ਦੇ ਮੁਖੀਏ ਦੇ ਸਿਰ ਤੇ ਆਪਣਾ ਦੰਡ ਲਿਆਵੇਗਾ। ਅਤੇ ਫਿਰੌਨ ਬਾਬਲ ਦੀ ਤਰ੍ਹਾਂ ਇੱਥੇ ਹਿੰਸਕ ਮਨੁੱਖੀ ਰਾਸ਼ਟਰਾਂ ਦਾ ਆਦਰਸ਼ ਬਣ ਗਿਆ ਹੈ। ਅਤੇ ਨਾਲ ਹੀ ਸਾਨੂੰ ਦੱਸਿਆ ਗਿਆ ਹੈ ਕਿ ਪਰਮੇਸ਼ਵਰ ਬੁਰਾਈ ਦਾ ਨਾਸ਼ ਕਰੇਗਾ ਤੇ ਉਹ ਆਪਣੀ ਪਰਜਾ ਦੇ ਬਚਾਓ ਲਈ ਨਿਕਲੇਗਾ ਅਤੇ ਮਸਾ ਕੀਤੇ ਨੂੰ ਬਚਾਵੇਗਾ। ਇਹ ਦਾਊਦ ਦੇ ਵੰਸ਼ ਤੋਂ ਰਾਜੇ ਦਾ ਹਵਾਲਾ ਹੈ ਅਤੇ ਇਸ ਕਵਿਤਾ ਵਿੱਚ ਬੀਤੇ ਹੋਏ ਕੂਚ ਦੀ ਕਹਾਣੀ ਭਵਿੱਖ ਦੇ ਆਉਣ ਵਾਲੇ ਕੂਚ ਦੀ ਤਸਵੀਰ ਬਣ ਗਈ ਹੈ, ਜਿਸ ਨੂੰ ਪਰਮੇਸ਼ਵਰ ਪੂਰਾ ਕਰੇਗਾ। ਉਹ ਇੱਕ ਵਾਰ ਫਿਰ ਤੋਂ ਬੁਰਾਈ ਨੂੰ ਹਰਾਵੇਗਾ ਅਤੇ ਇਸ ਸੰਸਾਰ ਦੇ ਫਿਰੌਨ ਅਤੇ ਬਾਬਲ ਦਾ ਨਾਸ਼ ਕਰੇਗਾ। ਉਹ ਸਭ ਲੋਕਾਂ ਦਾ ਨਿਆਂ ਕਰੇਗਾ ਅਤੇ ਸਤਾਏ ਹੋਇਆਂ ਅਰਥਾਤ ਨਿਰਦੋਸ਼ਾਂ ਨੂੰ ਬਚਾਵੇਗਾ। ਅਤੇ ਇਹੀ ਆਸ ਹਬਕੂਕ ਨੂੰ ਆਸਪੂਰਵਕ ਮਹਿਮਾ ਦੇ ਨਾਲ ਕਿਤਾਬ ਸਮਾਪਤ ਕਰਨ ਵਿੱਚ ਮਦਦ ਕਰਦੀ ਹੈ। ਭਾਵੇਂ ਹੀ ਸੰਸਾਰ ਵਿੱਚ ਭੋਜਨ ਦੀ ਕਮੀ ਜਾਂ ਸੋਕਾ ਜਾਂ ਯੁੱਧ ਜਾਂ ਕੁਝ ਵੀ ਹੋਵੇ, ਉਹ ਪਰਮੇਸ਼ਵਰ ਦੇ ਵਾਅਦਿਆਂ ਤੇ ਆਸ ਰੱਖੇਗਾ ਅਤੇ ਆਨੰਦ ਕਰੇਗਾ। ਅਤੇ ਇਸ ਲਈ ਇਸ ਕਿਤਾਬ ਦੇ ਆਖਿਰ ਤੱਕ ਹਬਕੂਕ ਇੱਕ ਚੰਗਾ ਉਦਾਹਰਣ ਬਣ ਜਾਂਦਾ ਹੈ ਕਿ ਧਰਮੀ ਜਨ ਵਿਸ਼ਵਾਸ ਨਾਲ ਕਿਸ ਤਰ੍ਹਾਂ ਜਿਉਂਦਾ ਹੈ। ਹਬਕੂਕ ਪਹਿਚਾਨਦਾ ਹੈ ਕਿ ਇਹ ਸੰਸਾਰ ਅਤੇ ਸਾਡਾ ਜੀਵਨ ਕਿੰਨਾ ਹਨੇਰ ਭਰਿਆ ਅਤੇ ਗੜਬੜ ਵਾਲਾ ਹੋ ਸਕਦਾ ਹੈ ਅਤੇ ਉਹ ਸਾਨੂੰ ਵਿਸ਼ਵਾਸ ਦੀ ਯਾਤਰਾ ਵਿੱਚ ਸੱਦਾ ਦਿੰਦਾ ਹੈ, ਇਸ ਗੱਲ ਤੇ ਭਰੋਸਾ ਕਰਦੇ ਹੋਏ ਕਿ ਪਰਮੇਸ਼ਵਰ ਇਸ ਸੰਸਾਰ ਨੂੰ ਸਾਡੇ ਤੋਂ ਜ਼ਿਆਦਾ ਪਿਆਰ ਕਰਦਾ ਹੈ ਅਤੇ ਇੱਕ ਦਿਨ ਉਹ ਇਸ ਦੀ ਬੁਰਾਈ ਦਾ ਨਾਸ਼ ਕਰ ਦੇਵੇਗਾ। ਅਤੇ ਹਬਕੂਕ ਦੀ ਕਿਤਾਬ ਇਸੇ ਸਭ ਦੇ ਬਾਰੇ ਹੈ।